साहिब जी जो तो प्रेम खेलन का चाओ, सिर धर तली गली मेरी आओ, हित मार्ग पैर तरी जय, सिर दीजै कान ना कीजै, वाहिगुरु साहिब जी सलोक महला चौथा। सतगुर की सेवा निर्मली, निर्मल जन होए सो सेवा कहले, जिने अंदर कपट विकार झूठ, वे आपे सच्चे वख कढे जजमाले, सचयार सिख बह सतगुर पास कहलन, कूड़ियार ना लभणी कितै थाएं भाले, जिना सतगुर का आख्या सुखावै नाही, तिना मोह पलेरे फिरहै दै गाले, जिन अंदर प्रीत नहीं हर केरी, से किचरक वेरायन मनमुख बेताले, सतगुरु नो मिलै सो अपना मन थाएं रखै, ओ आप वरतै अपनी वथ नाले, जन नानक इक ना गुर मेल सुख देवै, इक आपे वख कढै ठगवाले, परम सम्मानयोग दीन दुनिया दे मालिक भगत वत्सल गरीब नवाज सतगुरु साहिब सतगुरु श्री गुरु ग्रंथ साहिब जी महाराज सच्चे पातशाह जी ने
ਮੇਰੇ ਅਤੇ ਤੁਹਾਡੇ ਸਭਨਾਂ ਉੱਪਰ ਆਪਣੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਵਰਤਾ ਕੇ ਆਪਣੀ ਅੰਮ੍ਰਿਤਮਈ ਨਿੱਘੀ ਗੋਦ ਅੰਦਰ ਜੁੜ ਬੈਠਣ ਦਾ, ਹਰ ਜਸ ਕਹਿਣ ਸੁਣਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਅੱਜ ਸਿੱਖ ਕੌਮ ਦੇ ਇੱਕ ਮਹਾਨ ਗੁਰਸਿੱਖ ਜਿਨ੍ਹਾਂ ਨੂੰ ਅਸੀਂ ਬੜੇ ਅਦਬ ਸਤਿਕਾਰ ਸਹਿਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਦੇ ਕੇ ਪ੍ਰੇਮ ਦੇ ਨਾਲ ਯਾਦ ਕਰਦੇ ਹਾਂ। ਅੱਜ ਉਹਨਾਂ ਗੁਰਮੁਖਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਮਹਾਰਾਜ ਜੀ ਕਿਰਪਾ ਕਰਨ, ਆਓ ਆਪਾਂ ਸਾਰੇ ਰਲ ਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰੂ ਫਤਿਹ ਦੀ ਸਾਂਝ ਪਾਈਏ। ਬੜੇ ਪਿਆਰ ਸਤਿਕਾਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਜੀ ਨੇ ਅੱਜ ਜੋ ਮੈਨੂੰ ਤੁਹਾਨੂੰ ਹੁਕਮ ਬਖਸ਼ਿਸ਼ ਕੀਤਾ, ਜੋ ਪਾਵਨ ਅੰਕ 304 ਉੱਪਰ ਸੁਭਾਇਮਾਨ ਗੌੜੀ ਕੀ ਵਾਰ ਦੇ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਕ ਬੜੀ ਪਿਆਰੀ ਬਾਤ ਸਮਝਾਉਂਦੇ ਮੈਨੂੰ ਤੁਹਾਨੂੰ। ਮਹਾਰਾਜ ਜੀ ਕਹਿੰਦੇ, ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕਾਲੇ। ਪਹਿਲੀ ਗੱਲ ਮਹਾਰਾਜ ਦੱਸਦੇ, ਮਹਾਰਾਜ ਜੀ ਕਹਿੰਦੇ ਜਿਹੜੀ ਸਤਿਗੁਰ ਦੀ ਸੇਵਾ ਹੈ ਨਾ, ਉਹ ਬਹੁਤ ਨਿਰਮਲੀ ਹੈ। ਮਹਾਰਾਜ ਨਿਰਮਲੀ ਕਿਉਂ? ਸਤਿਗੁਰੂ ਫਿਰ ਸਮਝਾਉਂਦੇ, ਸਤਿਗੁਰ ਦੀ ਸੇਵਾ ਤਾਂ ਨਿਰਮਲੀ ਕਿਉਂਕਿ ਸਤਿਗੁਰੂ ਆਪ ਨਿਰਮਲ ਹੈ। ਤੇ ਜਿਹੜਾ ਨਿਰਮਲ ਹੋਏਗਾ, ਮਹਾਰਾਜ ਜੀ ਫਿਰ ਉਹਦੇ ਗੁਣ ਦੱਸਦੇ ਨੇ, ਮਹਾਰਾਜ ਜੀ ਉਹਦੀਆਂ ਨਿਸ਼ਾਨੀਆਂ ਦੱਸਦੇ ਨੇ ਕਿ ਜਿਹੜਾ ਆਪ ਨਿਰਮਲ ਹੋਏਗਾ ਉਹਦੇ ਅੰਦਰ ਇਹ ਇੱਕ ਕਲਾ ਵਰਤਦੀ ਹੈ। ਮਹਾਰਾਜ ਕਹਿੰਦੇ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ। ਮਹਾਰਾਜ ਜੀ ਕਹਿੰਦੇ ਜਿਨੇ ਪਰਮੇਸ਼ਰ ਨੂੰ ਸਮਝਿਆ ਉਹੀ ਸਤਿਗੁਰ ਹੈ। ਤੇ ਮਹਾਰਾਜ ਜੀ ਬੜੇ ਪ੍ਰੇਮ ਦੇ ਨਾਲ ਸਮਝਾਉਂਦੇ, ਮਹਾਰਾਜ ਜੀ ਕਹਿੰਦੇ ਜਿਨੇ ਪਰਮੇਸ਼ਰ ਨੂੰ ਜਾਣਿਆ, ਪਰਮੇਸ਼ਰ ਆਪ ਬੜਾ ਪਾਕ ਪਵਿੱਤਰ ਹੈ। ਜਿਹਨੂੰ ਸਾਹਿਬ ਜੀ ਕਹਿੰਦੇ ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਉਹ ਪਵਿੱਤਰ ਤੋਂ ਵੀ ਪਵਿੱਤਰ ਹੈ, ਪਵਿੱਤਰ ਤੋਂ ਵੀ ਪਵਿੱਤਰ ਹੈ। ਤੇ ਫਿਰ ਜਿਹੜਾ ਆਪ ਪਵਿੱਤਰ ਹੈ ਤੇ ਉਹਦੇ ਨਾਲ ਜੁੜੀ ਹੋਈ ਹਰ ਇੱਕ ਚੀਜ਼ ਫਿਰ ਪਵਿੱਤਰ ਹੈ। ਉਹਦੇ ਨਾਲ ਜੁੜੀ ਹੋਈ ਹਰ ਇੱਕ ਸ਼ੈ ਪਵਿੱਤਰ ਹੈ। ਤੇ ਫਿਰ ਸੇਵਾ ਉਹਨਾਂ ਨਾਲ ਜੁੜੀ ਹੈ। ਤੇ ਜਿੱਥੇ ਸਤਿਗੁਰੂ ਆਪ ਖਲੋਤਾ ਹੋਵੇ ਉੱਥੇ ਫਿਰ ਸੇਵਾ ਕਿਦਾਂ ਦੀ ਹੋਏਗੀ? ਉੱਥੇ ਸੇਵਾ ਦਾ ਭੰਡਾਰਾ ਕਿਸ ਤਰ੍ਹਾਂ ਦਾ ਵਰਤਦਾ ਆ? ਆਪਾਂ ਸਿੱਖ ਇਤਿਹਾਸ ਵਿੱਚੋਂ ਫਰੋਲਦੇ ਆ, ਬਾਬਾ ਦੇਖੇ ਧਿਆਨ ਧਰ, ਆ ਇੱਕ ਸੇਵਾ ਸੀ। ਕਿਸੇ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਉਣੀ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸੇਵਾ ਆ। ਕੋਈ ਬੰਦਾ ਕਿਸੇ ਭੁੱਖੇ ਨੂੰ ਰੋਟੀ ਖਵਾਉਂਦਾ ਆ, ਇਹ ਸੇਵਾ ਮੰਨੀ ਜਾਂਦੀ। ਅਸੀਂ ਕਿਸੇ ਦੇ ਜੋੜੇ ਸਾਂਭ ਕੇ ਰੱਖਦੇ, ਇਹ ਇੱਕ ਸੇਵਾ ਮੰਨੀ ਜਾਂਦੀ। ਅਸੀਂ ਕਿਸੇ ਪਿਆਸੇ ਨੂੰ ਪਾਣੀ ਪਿਆਉਂਦੇ, ਇਹ ਇੱਕ ਸੇਵਾ ਮੰਨੀ ਜਾਂਦੀ। ਕਿਸੇ ਕੋਲ ਤਾਣ ਦੇ ਕੱਪੜੇ ਨਹੀਂ, ਅਸੀਂ ਕੱਪੜੇ ਦਿੰਦੇ,
ਇਹ ਸੇਵਾ ਮੰਨੀ ਜਾਂਦੀ। ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਵੱਡੀ ਸੇਵਾ ਕੀਤੀ, ਬਹੁਤ ਵੱਡੀ ਸੇਵਾ ਕੀਤੀ। ਉਹ ਸੇਵਾ ਕੀ ਸੀ ਕਿ ਜਿਹੜਾ ਜਿਹੜਾ ਜਿੱਥੇ ਜਿੱਥੇ ਮਹਾਰਾਜ ਨੂੰ ਦੁਖੀ ਦਿਸਿਆ, ਉਹ ਦੁਖੀ ਜਿਹੜਾ ਕਈਆਂ ਦਾ ਭਲਾ ਕਰ ਸਕਦਾ, ਮਹਾਰਾਜ ਨੇ ਉਸ ਦੁਖੀ ਨੂੰ ਚੁੱਕ ਲਿਆ ਤੇ ਫਿਰ ਉਹਨੂੰ ਸੇਵਾ ਲਾਇਆ। ਤੇ ਜਦੋਂ ਉਹ ਨਿਰਮਲ ਸੇਵਾ ਕਰਨ ਲੱਗੇ ਤੇ ਇਸ ਨਿਰਮਲ ਸੇਵਾ ਨੇ ਫਿਰ ਅੱਗੇ ਕਈਆਂ ਦਾ ਭਲਾ ਕੀਤਾ। ਜਿਹਨੂੰ ਸਾਹਿਬ ਜੀ ਕਹਿੰਦੇ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਏਕ ਕਣੀ। ਰੱਬ ਨੇ ਇੱਕ ਕਿਣਕਾ ਪਿਆਰੇ ਨੇ ਦਿੱਤਾ, ਉਹਦੀ ਝੋਲੀ ਚ ਪਾਇਆ, ਉਹਨੇ ਉਹੀ ਕਿਣਕਾ ਸਾਰੀ ਕਾਇਨਾਤ ਵਿੱਚ ਵਰਤਾ ਦਿੱਤਾ। ਪਾਤਸ਼ਾਹ ਜੀ ਦਾ ਬਾਣੀ ਦੇ ਵਿੱਚ ਇੱਕ ਬਚਨ ਮੈਂ ਸਾਂਝਾ ਕਰਕੇ ਅੱਗੇ ਚੱਲਾਂ। ਮਹਾਰਾਜ ਜੀ ਕਹਿੰਦੇ, ਹਰ ਇੱਕ ਹੱਥ ਆਇਆ ਵਰਸਾਣੇ ਬਹੁਤ ਤੇਰੇ। ਰੱਬ ਨੇ ਕਿਸੇ ਇੱਕ ਦੇ ਉੱਪਰ ਤਰਸ ਕਰ ਦਿੱਤਾ ਕਿ ਉਹਨੂੰ ਆਪਣਾ ਪ੍ਰੇਮ ਦੇ ਕੇ, ਆਪਣੇ ਅੰਦਰ ਦੀ ਤੀਬਰ ਇੱਛਾ ਦੇ ਕੇ, ਆਪਣੇ ਅੰਦਰ ਦਾ ਖਿਆਲ ਦੇ ਕੇ, ਆਪਣੇ ਆਪ ਨਾਲ ਮਿਲਾਪ ਦੀ ਇੱਕ ਖਿੱਚ ਪਾ ਕੇ ਰੱਬ ਨੇ ਉਹਨੂੰ ਦਾਤ ਦੇ ਦਿੱਤੀ। ਤੇ ਹੋਇਆ ਕੀ, ਜਿੰਦੀ ਝੋਲੀ ਚ ਦਾਤ ਪਈ, ਰੱਬ ਨੇ ਫਿਰ ਉਹਨੂੰ ਕਹਿ ਰੱਖਿਆ, ਕਹਿੰਦੇ ਚੱਲ ਹੁਣ ਫਿਰ ਦੁਨੀਆ ਨੂੰ ਵਰਤਾਇਆ ਕਰ। ਇਹ ਸਿਰਫ ਗਰੀਬ ਨਵਾਜ ਪਾਤਸ਼ਾਹ ਜੀ ਨੇ ਕੀਤਾ। ਆਪਾਂ ਇਤਿਹਾਸ ਵਿੱਚ ਫਰੋਲਦੇ, ਮੈਂ ਸਿਰਫ ਸੰਖੇਪ ਮਾਤਰ ਚੱਲ ਰਿਹਾ ਆ। ਸੱਜਣ ਠਾਕੁਰ ਮਹਾਰਾਜ ਗਏ, ਉਹਨੂੰ ਕਹਿ ਤੂੰ ਆਹ ਕੰਮ ਛੱਡ ਦੇ, ਉਹਨੇ ਛੱਡ ਤੇ ਮਹਾਰਾਜ ਕਹਿੰਦੇ ਚੱਲ ਚੰਗਾ, ਫਿਰ ਅੱਗੇ ਤੋਂ ਲੋਕਾਂ ਨੂੰ ਇਹ ਦੱਸਿਆ ਕਰ। ਸਾਡੇ ਵਿਦਵਾਨਾਂ ਨੇ ਇਹ ਗੱਲ ਸਾਂਭ ਕੇ ਰੱਖੀ ਕਿ ਭਾਈ ਸੱਜਣ ਜੀ ਜਿਹੜੇ ਪਿਆਰੇ ਸਨ, ਉਹ ਸਾਡੇ ਸਿੱਖ ਧਰਮ ਦੇ ਪ੍ਰਚਾਰਕ ਸਨ, ਜਿਨ੍ਹਾਂ ਨੂੰ ਮਹਾਰਾਜ ਨੇ ਮੰਜੀਆਂ ਥਾਪੀਆਂ ਵਿੱਚ ਵੀ ਰੱਖਿਆ ਆ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਦੇ ਵਿੱਚ ਸਨ। ਮਹਾਰਾਜ ਜਿੱਥੇ ਜਿੱਥੇ ਗਏ, ਉੱਥੇ ਉੱਥੇ ਮਹਾਰਾਜ ਨੇ ਅਦਰਕੇ ਵਰਗਿਆਂ ਨੂੰ ਕਿਹਾ ਵੀ ਤੁਸੀਂ ਵੀ ਸੇਵਾ ਕਰੋਗੇ। ਸਾਲਸਰਾਏ ਜੋਰੀ ਵਰਗੇ ਨੂੰ ਕਿਹਾ ਤੁਸੀਂ ਇਹਨਾਂ ਨੂੰ ਮੱਥਾ ਟੇਕਿਆ ਕਰੋਗੇ। ਉਹ ਸੇਵਾ ਏਡੀ ਪਵਿੱਤਰ ਸੀ, ਉਸ ਸੇਵਾ ਨੂੰ ਕਰ ਵੀ ਪਵਿੱਤਰ ਰੂਹਾਂ ਸਕਦੀਆਂ ਸਨ। ਵੇਖੋ, ਧਰਮ ਦੇ ਨਾਮ ਉੱਪਰ ਲੱਖਾਂ ਲੋਕਾਂ ਨੇ ਸੇਵਾ ਭਾਵਨਾ ਦੇ ਨਾਲ ਸ਼ੁਰੂਆਤ ਕੀਤੀ। ਮੇਰੀ ਬੇਨਤੀ ਨੂੰ ਸਮਝਣਾ, ਧਰਮ ਦੇ ਨਾਮ ਉੱਪਰ ਲੱਖਾਂ ਲੋਕਾਂ ਨੇ ਸੇਵਾ ਦੇ ਨਾਮ ਨਾਲ ਜਾਂ ਭੈ ਭਾਵਨੀ ਨਾਲ ਸ਼ੁਰੂਆਤ ਕੀਤੀ। ਪਰ ਜਦੋਂ ਮਾਇਆ ਦੀ ਖੇਡ ਵਰਤੀ, ਵੱਡੇ ਵੱਡੇ ਥਿੜਕ ਗਏ। ਉਹਨਾਂ ਦੇ ਥਿੜਕਣ ਦਾ ਕਾਰਨ, ਉਹਨਾਂ ਦੇ ਖਿਆਲ ਬਹੁਤ ਚੰਗੇ ਸਨ, ਪਰ ਉਹ ਆਪ ਨਿਰਮਲ ਨਹੀਂ ਸੀਗੇ। ਉਹਨਾਂ ਦੀ ਸੋਚ ਬਹੁਤ ਵਧੀਆ ਸੀ। ਸੋਚ ਚੰਗੀ ਹੋਣੀ ਇੱਕ ਵੱਖਰੀ ਚੀਜ਼ ਹੈ, ਬੰਦਾ ਚੰਗਾ ਹੋਣਾ ਇਹ ਇੱਕ ਵੱਖਰੀ ਚੀਜ਼ ਹੈ। ਖਿਆਲਾਤ ਕਿਸੇ ਦੇ ਵੀ ਚੰਗੇ ਹੋ ਸਕਦੇ ਨੇ। ਜਿੰਨੇ ਆਪਣੇ ਹਿੰਦੁਸਤਾਨ ਦੇ ਲੀਡਰ ਨੇ ਕਿੱਡੇ ਪ੍ਰਭਾਵਸ਼ਾਲੀ ਬਿਆਨ ਦਿੰਦੇ, ਮਹਾਰਾਜ ਇਹਨਾਂ ਵੱਲ ਵੇਖ ਕੇ ਤੇ ਇਦਾਂ ਲੱਗਦਾ ਵੀ ਇਹ ਤੇ ਆਪਣੇ ਹਿੰਦੁਸਤਾਨ 'ਚ ਕੋਈ ਚੀਜ਼ ਮਾੜੀ ਹੈ ਹੀ ਨਹੀਂ ਗੀ, ਪਰ ਰਿਐਲਿਟੀ ਤੇ ਮੈਨੂੰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਨਾ। ਜਦੋਂ ਉਹਨਾਂ ਦੇ ਖਿਆਲ ਵੇਖੇ, ਉਹਨਾਂ ਦੀਆਂ ਸਪੀਚਾਂ ਵੇਖੀਏ, ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਦੁਨੀਆ ਤੇ ਜਾਂ ਹਿੰਦੁਸਤਾਨ ਤੇ ਕੋਈ ਦੁੱਖ ਨਾਂ ਦੀ ਚੀਜ਼ ਹੈ ਹੀ ਨਹੀਂ। ਰਿਸ਼ਵਤ ਤੇ ਬਣੀ ਨਹੀਂ ਸਾਡੇ ਦੇਸ਼ ਵਿੱਚ, ਮਤਲਬ ਸਿਫਾਰਿਸ਼ ਜਾਂ ਝੂਠੀ ਗਵਾਹੀ, ਇਹ ਚੀਜ਼ਾਂ ਤਾਂ ਹੈ ਹੀ ਨਹੀਂ ਗੀਆਂ। ਪਰ ਜੋ ਗਰਾਊਂਡ ਲੈਵਲ ਤੇ ਦੇਖਦੇ ਹੋ ਇੱਕ ਹੋਰ ਚੀਜ਼ ਹੈ। ਬਿਲਕੁਲ ਇਸੇ ਤਰ੍ਹਾਂ ਖਿਆਲਾਤ ਹੋਣੇ, ਇੱਕ ਚੰਗੀ ਸੋਚ ਹੋਣੀ, ਇਹ ਇੱਕ ਵੱਖਰੀ ਚੀਜ਼ ਹੈ। ਪਰ ਨਿਰਮਲ ਹੋਣਾ, ਚੰਗੇ ਹੋਣਾ, ਇੱਕ ਸਚਿਆਰ ਪੁਰਸ਼ ਹੋਣਾ, ਇਹ ਇੱਕ ਹੋਰ ਚੀਜ਼ ਹੈ। ਬਹੁਤ ਲੋਕ ਨੇ ਜਿਹੜੇ ਧਰਮ ਦੀ ਦੁਨੀਆ ਦੇ ਵਿੱਚ ਵੀ ਸ਼ੁਰੂਆਤੀ ਪੱਧਰ ਤੇ ਬੜੇ ਸੋਹਣੀ ਭਾਵਨਾ ਦੇ ਨਾਲ ਚੱਲਦੇ ਨੇ, ਬੜੇ ਅਦਬ ਸਤਿਕਾਰ ਨਾਲ ਚੱਲਦੇ ਨੇ, ਪਰ ਜਦੋਂ ਉਹਨਾਂ ਨੂੰ ਥੋੜਾ ਜਿਹਾ ਮਾਇਆ ਦਾ ਇੱਕ ਬੁੱਲਾ ਲੱਗਦਾ, ਮਹਾਰਾਜ ਦੀ ਕਿਰਪਾ ਹੀ ਐਸੀ ਵਰਤਾ ਦਿੰਦੇ ਵੀ ਜਿਹੜਾ ਬੰਦਾ ਕੱਲ ਤੱਕ ਜੋੜੇ ਝਾੜਦਾ ਨਹੀਂ ਥੱਕਦਾ ਸੀ, ਉਹ ਕਹਿੰਦਾ ਹੁਣ ਮੈਂ ਜੋੜੇ ਤਾਂ ਝਾੜੂ, ਪਹਿਲਾਂ ਮੈਨੂੰ ਜੋੜਾ ਘਰ ਦਾ ਪ੍ਰਧਾਨ ਬਣਾਓ। ਗੱਲ ਇੱਥੇ ਅੜ ਜਾਂਦੀ, ਫਿਰ ਉਹ ਗਰਾਰੀ ਇੱਥੇ ਅੜਦੀ ਆ। ਉਹ ਕਾਰਨ ਕੀ? ਉਹ ਨਿਰਮਲ ਨਹੀਂ ਹੁੰਦੇ। ਉਹ ਨਿਰਮਲ ਕਿਉਂ ਨਹੀਂ ਹੁੰਦੇ? ਉਹਦਾ ਵੀ ਮਹਾਰਾਜ ਨੇ ਅੱਗੇ ਕਾਰਨ ਦੱਸਿਆ ਵੀ ਉਹ ਨਿਰਮਲ ਕਿਉਂ ਨਹੀਂ ਹੋ ਸਕਦੇ। ਸੇਵਾ ਸਾਰੇ ਕਰਦੇ ਨੇ, ਆਪਾਂ ਆਖਾਂਗੇ ਨਹੀਂ ਜੀ ਸਾਰੀ ਦਿਹਾੜੀ ਸਾਡੇ ਗੁਰਦੁਆਰੇ ਸੰਗਤ ਲੱਗੀ ਰਹਿੰਦੀ, ਤੁਸੀਂ ਜਾਣੇ ਵੀ ਅਸੀਂ ਨਿਰਮਲ ਨਹੀਂ ਗਏ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਇਹ ਜਿਹੜੇ ਕਾਰਨ ਨੇ ਇਹਨਾਂ ਨੂੰ ਹਟਾ ਦਿਓ, ਨਹੀਂ। ਮਹਾਰਾਜ ਨੇ ਕਿਹਾ ਜੇ ਨਿਰਮਲ ਹੋਣਾ ਮੇਰੀ ਗੱਲ ਵੀ ਸੁਣਿਆ ਕਰੋ। ਅੱਗੇ ਮਹਾਰਾਜ ਜੀ ਦੱਸਣਗੇ। ਮਹਾਰਾਜ ਜੀ ਇੱਥੇ ਪਹਿਲਾਂ ਕਹਿੰਦੇ ਨਿਰਮਲ ਜਨ ਹੋਏ ਸੋ ਸੇਵਾ ਕਰ ਲੈ, ਜਿਹੜਾ ਪਵਿੱਤਰ ਹੋਏਗਾ ਉਹ ਸੇਵਾ ਕਰ ਲਏਗਾ। ਬਾਬਾ ਕਬੀਰ ਜੀ ਨੇ ਮੈਨੂੰ ਤੁਹਾਨੂੰ ਇੱਕ ਗੱਲ ਬੜੀ ਸੋਹਣੀ ਦੱਸੀ ਸੀ, ਸੁਣੀ ਸਾਰਿਆਂ ਨੇ,
ਸਮਝ ਕਿਸੇ ਕਿਸੇ ਨੂੰ ਆਈ, ਅੰਦਰ ਤੇ ਕਿਸੇ ਵਿਰਲੇ ਟਾਵੇਂ ਦੇ ਗਈ। ਉਹਨਾਂ ਨੇ ਬੜੇ ਮਾਣ ਨਾਲ ਕਿਹਾ ਸੀ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਇ, ਰਾਮ ਕਸੌਟੀ ਸੋ ਸਹੈ, ਜੋ ਮਰਜੀ ਵਾ ਹੋਏ। ਇਹ ਕੱਚੇ ਬੰਦਿਆਂ ਦੀ ਖੇਡ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਨਾ, ਮਹਾਰਾਜ ਕਹਿੰਦੇ ਸਾਡੇ ਨਾਲ ਪਿਆਰ ਕਰਨਾ ਆ, ਕਹਿੰਦੇ ਹਾਂਜੀ, ਕਹਿੰਦੇ ਜੀ ਤੁਹਾਡੇ ਸਾਡੇ ਦਰ ਤੇ ਆਉਣਾ ਆ, ਕਹਿੰਦੇ ਹਾਂਜੀ। ਮਹਾਰਾਜ ਕਹਿੰਦੇ ਫਿਰ ਇੱਕ ਗੱਲ ਕਹੀਏ, ਕਹਿੰਦੇ ਜੀ ਦੱਸੋ। ਮਹਾਰਾਜ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਮਹਾਰਾਜ ਦੱਸੋ ਅਸੀਂ ਕੀ ਕਰ ਸਕਦੇ ਹਾਂ। ਸਿਰ ਧਰ ਤਲੀ ਗਲੀ ਮੇਰੀ ਆਓ, ਮਹਾਰਾਜ ਕਹਿੰਦੇ ਤਲੀ ਤੇ ਸਿਰ ਰੱਖ ਕੇ ਲਾਉਣਾ ਪਏਗਾ। ਇਹਨੂੰ ਭਾਵੇਂ ਤੁਸੀਂ ਅਧਿਆਤਮਿਕ ਤੌਰ ਤੇ ਲੈ ਲਓ, ਭਾਵੇਂ ਦੁਨਿਆਵੀ ਤੌਰ ਤੇ ਲੈ ਲਓ। ਹੁਣ ਆਪਾਂ ਹਰੇਕ ਗੱਲ ਆਪਾਂ ਕਹਿੰਦੇ ਬਾਬਾ ਜੀ ਬੰਦਾ ਮਨੋਂ ਜੁੜਿਆ ਹੋਣਾ ਚਾਹੀਦਾ। ਫਿਰ ਸੋਹਣੇ ਸੋਹਣੇ ਕੱਪੜੇ ਕਿਉਂ ਪਾਏ, ਕੱਜਣਾ ਤੇ ਨੰਗੇਜ ਹੀ ਏ। ਇੰਨਾ ਬ੍ਰਾਂਡਾਂ ਤੇ ਖਰਚਾ ਕਿਉਂ ਪੱਟਦੇ ਹੋ, ਪੈਸੇ ਕਿਉਂ ਬਰਬਾਦ ਕਰਦੇ ਹੋ। ਢੇਡੀ ਪਰਨਾਇਆ ਇੰਨੇ ਛੱਤੀ ਪਦਾਰਥ ਕਿਉਂ ਖਾਂਦੇ ਹੋ, ਬ੍ਰੈਡ ਖਾ ਕੇ ਗੁਜ਼ਾਰਾ ਕਰ ਲਿਆ ਕਰੋ। ਮੇਰੀ ਗੱਲ ਸਮਝਣਾ ਮੈਂ ਕੀ ਕਹਿ ਰਿਹਾ ਵੀ ਹਰੇਕ ਗੱਲ ਨੂੰ ਜਦੋਂ ਆਪਾਂ ਜੀ ਮਨੋਂ ਜੁੜੇ, ਅਸੀਂ ਬਾਹਰੋਂ ਨਹੀਂ ਜੁੜੇ ਕੇ ਜੀ, ਮਨ ਬੰਦੇ ਦੇ ਅੰਦਰੋਂ ਜੁੜਿਆ ਹੋਣਾ ਚਾਹੀਦਾ ਆ। ਦਾੜੀ ਕਟਾਉਣ ਨਾਲ ਥੋੜਾ ਸਿੱਖੀ ਕਿਤੇ ਚੱਲੀਏ, ਜਾਂ ਕੇਸ ਰੱਖਣ ਵਿੱਚ ਹੀ ਥੋੜਾ ਦਾੜੀ ਹੈ ਕਿਤੇ, ਬਾਬਾ ਜੀ ਪੱਗ ਬੰਨਣ ਵਿੱਚ ਹੀ ਥੋੜਾ ਕਿਤੇ ਦਾੜੀ ਹੈ, ਸਰਦਾਰੀ ਹੈ। ਬੰਦੇ ਦੇ ਅੰਦਰ ਸਰਦਾਰੀ ਹੁੰਦੀ ਹੈ। ਤੇ ਫਿਰ ਠੀਕ ਹੈ, ਨੰਗੇਜ ਹੀ ਕੱਜਣਾ ਹੈ ਨਾ, ਜਿਹੜਾ 20-30 ਰੁਪਏ ਮੀਟਰ ਕੱਪੜਾ ਆਉਂਦਾ ਉਹ ਪਾ ਲਿਆ ਕਰੋ। ਐਡੇ ਸੋਹਣੇ ਸੋਹਣੇ ਬਣ ਬਣ ਕਿਉਂ ਬਹਿਨੇ ਆਪਾਂ ਸਾਰੇ। ਢੇਡੀ ਭਰਨਾ, ਬ੍ਰੈਡ ਭਰ ਕੇ ਖਾ ਲਓ, ਨਹੀਂ ਰੋਜ਼ਾਨਾ ਬ੍ਰੈਡ ਖਾਣੇ, ਸਸਤੀਆਂ ਸਸਤੀਆਂ ਚੀਜ਼ਾਂ ਖਾ ਲਓ। ਮਹਾਰਾਜ ਜਿੱਥੇ ਇੱਕ ਇੱਕ ਆਈਟਮ, ਮੈਂ ਪਰਸੋਂ ਚੌਥੇ ਦੇਖ ਰਿਹਾ ਸਾਂ, ਦੀਵਾਲੀ ਤੇ ਇੱਕ ਮਠਿਆਈ ਕੇਰ ਬਣੇ ਆਪਣੇ ਦਿੱਲੀ 'ਚ, ਉਹ ਕਹਿੰਦੇ ਵੀ 15 ਲੱਖ ਰੁਪਏ ਦਾ ਇੱਕ ਡੱਬਾ ਆ। ਤੋ ਹੈ ਤੇ ਇੱਕ ਸਟੇਟਸ ਹੈ, ਇੱਕ ਜ਼ੁਬਾਨ ਰਸ ਆ, ਹੋਰ ਕੁਝ ਵੀ ਨਹੀਂਗਾ। ਪਰ ਉਹ ਹੁਣ ਉਹਨੂੰ ਕੋਈ ਪੁੱਛੇ ਵੀ ਭਲਿਆ ਵੀ ਢੇਡੀ ਭਰਨਾ ਆ, ਇੰਨੇ ਪੈਸੇ ਕੋ ਖਰਚ ਕੀਤੇ, ਉਹ ਆਖੇਗਾ ਨਹੀਂ ਜੀ ਦੁਨੀਆ ਦੇ ਵਿੱਚ ਜਦੋਂ ਰਹਿਣਾ ਆ ਤੇ ਫਿਰ ਕਰਨਾ ਪੈਂਦਾ ਆ। ਆਹੀ ਗੁਰਦੁਆਰਾ ਆਪਣਾ ਹੁੰਦਾ, ਇੱਥੇ ਕੱਲੀਆਂ ਚਾਦਰਾਂ ਵਿਛੀਆਂ ਹੁੰਦੀਆਂ ਫਰਸ਼ ਤੇ, ਸਿੱਧਾ ਜਿਹਾ ਬਣਾਇਆ ਹੁੰਦਾ, ਸਾਦਾ ਜਿਹਾ ਮਹਾਰਾਜ ਦੇ ਪਾਲਕੀ ਸਾਹਿਬ ਬਣਾਉਂਦਾ, ਕੋਈ ਡੈਕੋਰੇਸ਼ਨ ਨਾ ਕੀਤੀ ਹੁੰਦੀ ਆ, ਕੈਮਰੇ ਤੇ ਜਮਾਂ ਹੀ ਨਾ ਹੁੰਦੇ, ਜੋੜਾ ਘਰ ਵੀ ਨਾ ਕੋਈ ਖਲੋਤਾ ਹੁੰਦਾ, ਦੇਗ ਵਰਤਾਉਣ ਵਾਲੇ ਵੀ ਪਤਾਸੇ ਦੇ ਕੇ ਤੋਰ ਦਿੰਦੇ। ਕੀ ਤੁਹਾਡੇ ਤੇ ਇਸ ਚੀਜ਼ ਦਾ ਪ੍ਰਭਾਵ ਪੈਂਦਾ? ਕਦੇ ਵੀ ਨਹੀਂ, ਕਦੇ ਵੀ ਨਹੀਂ ਪੈ ਸਕਦਾ। ਜੇ ਤੁਸੀਂ ਆਖੋਗੇ ਜੇ ਇਸ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹਾਂ, ਮੈਂ ਮੰਨ ਲਾਂਗਾ, ਠੀਕ ਹੈ। ਪਰ ਸਾਡਾ ਵੀ ਇੱਕ ਤਜਰਬਾ ਮਹਾਰਾਜ ਦੀ ਕਿਰਪਾ ਦੇ ਨਾਲ ਵੀ ਜੇ ਕਿਤੇ ਮਾੜੀ ਜੀ ਦੇਗ ਨਾ ਕਿਸੇ ਨੂੰ ਵੱਧ ਮਿਲੇ ਤੇ ਲੋਕ ਰੌਲਾ ਪਾ ਲੈਂਦੇ ਨੇ। ਜੇ ਕਿਤੇ ਨਾਲ ਵਾਲੇ ਨੂੰ ਖੀਰ ਦੇਤੀ ਤੇ ਤੁਹਾਡੇ ਵਾਰੀ ਮੁੱਕ ਗਈ ਤੇ ਲੋਕ ਰੌਲਾ ਪਾ ਲੈਂਦੇ ਨੇ, ਪ੍ਰਬੰਧਕ ਕਮੇਟੀ ਚੇਂਜ ਕਰ ਦਿਓ। ਮੈਂ ਆਪਣੇ ਅੱਖੀ ਵੇਖੀ ਇਹ ਚੀਜ਼, ਹੁੰਦੀ ਵਰਤਦੀ ਵੇਖੀ ਵੀ ਸਾਡੇ ਨਾਲ ਬੇਈਮਾਨੀ ਕਰਦੇ, ਸਾਨੂੰ ਲੰਗਰ ਨਹੀਂ ਦਿੰਦੇ। ਤੁਸੀਂ ਦੇਖ ਲਓ ਅਹੁਦੇਦਾਰੀਆਂ ਪਿੱਛੇ ਸੀ ਕਿੰਨਾ ਮਤਲਬ ਲੜਾਈਆਂ ਝਗੜੇ, ਇੱਕ ਦੂਜੇ ਦੀਆਂ ਪੱਗਾਂ ਲਾਉਣੇ, ਸਿਰ ਪਾੜਦੇ ਆ। ਅਦਾਲਤਾਂ ਦੇ ਵਿੱਚ ਸਾਡੇ ਕਰੋੜਾਂ ਰੁਪਇਆਂ ਦੇ ਕੇਸ ਚੱਲਦੇ ਪਏ ਨੇ ਗੁਰਦੁਆਰਿਆਂ ਦੇ। ਮੈਂ ਗੁਰਦੁਆਰਿਆਂ ਦੀ ਗੱਲ ਕਰਾਂ, ਮੈਂ ਦੂਜਿਆਂ ਨਾਲ ਮੈਨੂੰ ਕੀ ਮਤਲਬ ਹੈ। ਮੈਂ ਨਹੀਂ ਕਹਿੰਦਾ ਵੀ ਮਾੜੇ ਨੇ ਚੰਗੇ, ਮਾੜਾ ਚੰਗੇ ਦਾ ਮੈਂ ਗੱਲ ਹੀ ਨਹੀਂ ਕਰ ਰਿਹਾ। ਮੈਂ ਗੱਲ ਇਹ ਕਰ ਰਿਹਾ ਹਾਂ, ਜਿੰਨਾ ਚਿਰ ਕਿਸੇ ਚੀਜ਼ ਦਾ ਬਾਹਰੋਂ ਪ੍ਰਭਾਵ ਨਹੀਂ ਪੈਂਦਾ, ਉਹਨਾਂ ਚਿਰ ਹਾਰੀ ਸਾਰੀ ਤੇ ਉਹਦਾ ਅੰਦਰੋਂ ਪ੍ਰਭਾਵ ਹੀ ਨਹੀਂ ਪੈਂਦਾ ਹੁੰਦਾ। ਸਿਆਣੇ ਦੀ ਇੱਕ ਕਹਾਵਤ ਹੈ, ਜੇ ਅੱਖਾਂ ਨੇ ਨਾ ਖਾਧਾ ਤੇ ਮੂੰਹ ਨੇ ਕੀ ਖਾਣਾ। ਬਿਲਕੁਲ ਉਸੇ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਜਿਹੜਾ ਪਿਆਰਾ ਇਸ ਦਰ ਦੀ ਸੇਵਾ ਕਰਨ ਦੀ ਇੱਛਾ ਰੱਖਦਾ ਆ, ਉਹਨੂੰ ਮਹਾਰਾਜ ਪਹਿਲਾਂ ਅੰਦਰੋਂ ਨਿਰਮਲ ਕਰਕੇ ਫਿਰ ਲਾਉਂਦੇ ਨੇ। ਨਿਰਮਲ ਜਨ ਹੋਏ ਸੋ ਸੇਵਾ ਕਰ ਲੈ, ਬਹੁਤ ਪਵਿੱਤਰ ਰੂਹ ਹੋਏਗੀ ਤੇ ਇਸ ਸੇਵਾ ਦੇ ਵਿੱਚ ਸੇਵਾ ਭਾਵਨਾ ਨਾਲ ਟਿਕਿਆ ਰਹੇਗਾ। ਨਹੀਂ ਤੇ ਥੋੜੇ ਜਿਹੇ ਟਾਈਮ ਬਾਅਦ ਇੱਕ ਮਹਾਰਾਜ ਖੇਡ ਵਰਤਾ ਦਿੰਦੇ ਆ, ਉਹ ਬੰਦਾ ਜਿਹੜਾ ਕਦੇ ਇਸ ਭਾਵਨਾ ਲਈ ਤਰਸਦਾ ਮੈਨੂੰ ਕੇਤਲੀ ਦੇ ਦੋ ਪਾਣੀ ਵਰਤਾਉਣ ਵਾਲੀ, ਉਹ ਕੱਲ ਨੂੰ ਫਿਰ ਵਿੱਚ ਬਖੇੜਾ ਪਾ ਕੇ ਬਹਿ ਜਾਂਦਾ ਹੈ। ਉਹਦਾ ਕਾਰਨ ਹੈ ਕਿਉਂਕਿ ਉਹ ਨਿਰਮਲ ਨਹੀਂ ਹੁੰਦੇ, ਉਹ ਕੁਛ ਬਣਨ ਆਏ ਹੁੰਦੇ ਨੇ, ਕੁਛ ਲੈਣ ਆਏ ਹੁੰਦੇ ਨੇ। ਮਹਾਰਾਜ ਨੇ ਕਿਹਾ ਜੇ ਤੁਸੀਂ ਸਾਡੇ ਦਰ ਤੇ ਆਉਣਾ ਫਿਰ ਸਾਡੇ ਨਾਲ ਇੱਕ ਵਾਅਦਾ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਦਰ ਤੇ ਤੁਹਾਨੂੰ, ਮਹਾਰਾਜ ਜੀ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ
काण ना कीजा। महाराज जी कहते जे तुर पिया ना एक बारी, फिर सज्जना मेरे नाल वादा कर, जो मर्जी हो जाए तू पिछे नहीं हटेगा, जो मर्जी हो जाए। बाबा कबीर जी ने कहा सी, कबीर साधु की संगत रहो, जौ की पूसी खाओ, होनहार सो होए है साकत संग ना जाओ। कहते वेखे जाए कि जो होएगा सो होएगा, पर माड़े बंदे की संगत नहीं करनी, जो मर्जी हो जाए। महाराज मैनू तुहानू अज समझाउंदे ने, महाराज कहते निर्मल जन होए सो सेवा काले। ਜਿਹੜੀਆਂ पवित्र रूहां होणगियां ਉਹੀ महाराज ਦੀ दर ਦੀ सेवा कर सकदियां ने, नहीं तो बहुते मलकीयत या अपना एक मतलब हक समझते ने भी इत्थे मैं ही सेवा कर सकदा, कोई दूजा कर ही नहीं सकता, या आह वाली सेवा साडी संस्था ही कर सकती, कोई दूसरा कर ही नहीं सकता का। वो फिर सेवक नहीं हुंदे के, वो सेवक नहीं हुंदे। महाराज जी कह रहे ने, महाराज जी कहंदे जिन अंदर कपट विकार झूठ, ओए आपे सच्चे वक कड़े जजमाले। महाराज जी कहते जिन्हां दे अंदर कपट हुंदा आ, भी कहंदे कुछ होर ते करदे कुछ होर। महाराज जी गल इत्थे खत्म नहीं करते। महाराज जी कहते उन्हां दे अंदर विकार हुंदा आ, वकारी बिरती हुंदी, काम क्रोध लोभ मोह अहंकार उन्हां दे अंदर ठाठा मारदा पिया हुंदा आ। बाहरों वो आके मेरे वांगू चिट्टे जे कपड़े बीबे जे बन के कहणगे ना जी वाहिगुरू क्या करो। महाराज जी कहते एक गल उन्हां दे अंदर होर वड्डी हुंदी, वो झूठ ते टिके हुंदे ने। वेखो किसी नूं ते रोग एक लगा होवे ना, बंदे नूं ते कल्ला जुकाम लगा होवे ते बंदे दा जीना हराम हो जांदा आ। जे नाल उत्तों बुखार हो जे ते नाल गला खराब हो जे, उनकी जिंदगी आपां नूं पता भी किन्नी कि सोहनी है। कपड़े भावें लाख रुपये दे पाई फिरदा होवे, पर उनका अपना मन ही उस चीज दे विच नहीं गा, वो आप ही उस चीज दे विच शामिल नहीं गा, क्योंकि उनका सारा ध्यान अपने गले ते अपने नक ते अपनी सेहत ते खड़ा आ। जिहड़ा बंदा हुण विचारा प्यारा खड़ा ही कपट ते है, खड़ा ही झूठ ते है, खड़ा ही विकार ते है, महाराज वो अपने आप दे विच किदां खुश हो सकदा है। मैं तुहानूं रब दे घर दी एक गल दसां, आ दुनिया दे लोग इन्ने हंकारे, इन्नी हवाबाजी च इन्ने खुश खुश क्यों ने पड़ा, भी इन्नियां बेईमानियां करके, इन्ने धोखे करके, नकली दुध बेच के, गंदा पानी बना के, हवा प्रदूषित कर, ये लोग एडे खिड़े खिड़े क्यों रहिंदे पए भला? उनका कारण इक्को है, भावें सिख होण, भावें हिंदू होण, ईसाई होण, दुनिया का कोई किसी धर्म का किसी खिते का बंदा होवे, इन्हां दे खुश रहन का सिर्फ इक्को कारण है, इन्हां नूं रब दी कला नहीं समझ आई हले। क्योंकि इन्हां नूं सारिआं नूं इह लगदा भी रब नूं किहड़ा पता लगना है, जो मर्जी करो। इत्थे किहड़ा किसी नूं पता लगदा भी असीं किहदे नाल बेईमानी कर रहे ते किहदे नाल नहीं कर रहे। अज जिन्हों कहा भी भाई साहब इहदे वर्गा शुद्ध दुध तैनूं कितों दिल्ली चों नहीं मिल सकदा गा, इनू की पता है तो सर्फ ते शैंपू पा के बनाया है। हुण बेईमानी बंदे नाल कर रहे आ, वर्त रब रहा आ। ते गरीब नवाज पातशाह जी ने एको गल कही, महाराज जी कहते जैसा बीजै सो लुणै, जिवें दा पुत बीजेगा तू ही वढना है, चिंता ना कर, खाना भी तू ही है। ते एको गल याद रखिया जी, एक निक्का जिहा कणक दा दाना होवे ना, तो उन्होंने घट्टो घट्ट दसदे ने भी 300 दाना एक छिट्टे नूं लगदा आ, 300 दाना। एक निक्का जिहा चावल का दाना होवे ना, इन्ने कि उन्होंने लग जाते हैं 300-250, मतलब एक बीज तो 300-400 बीज बन जाता है। महाराज जिन्ने आप पापड़ दुनियादारी दे विच लोकां लई वेचदे फिरदे आ, अपना ईमान वेचदे पए आ। सब तो वड्डी गल असीं रब नूं कहने पे, रब तैनूं नहीं पता लगन दिंदे, होर गल्लां दीयां गल्लां छड्ड, असीं तैनूं नहीं कन्नो कन्नी खबर होण दिंदे। पर महाराज जी कहंदे कोई गल नहीं पुੱਤ, जे तू झूठ ते खड़ा, तू कपट ते खड़ा, वकार ते खड़ा आ। एक गल हुंदी मैं मूँह जबानी कही, वो किसी नूं सुनी ते किसी नूं ना सुनी। एक गल हुंदी जिहड़ी लिख के दे दित्ती गई होवे, लिख के दे दित्ती गई होवे, जिद्दां स्टांप पेपर होवे उन ते कुछ लिखा होवे, किसी जज वकील दे साइन होवे, तुसीं पाड़ नहीं सकदे क्योंकि कानूनन गुनाह आ।
ਉਹ ਪਾਪ ਗਿਣਿਆ ਜਾਂਦਾ ਹੈ ਵੀ ਤੁਸੀਂ ਇਦਾਂ ਨਹੀਂ ਕਰ ਸਕਦੇ ਕਾਨੂੰਨ ਦੀ ਨਿਗਾਹ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੁੱਲ ਸਿੱਖ ਕਮਿਊਨਿਟੀ, ਹੋਰ ਦੁਨੀਆ ਦੇ ਪਿਆਰੇ, ਰੱਬ ਨੂੰ ਪਿਆਰ ਕਰਨ ਵਾਲੇ ਲੋਕ ਸੀਸ ਝੁਕਾਉਂਦੇ ਨੇ। ਤੇ ਮਹਾਰਾਜ ਲਿਖ ਕੇ ਦੇ ਕੇ ਗਏ ਨੇ, ਕਹਿੰਦੇ ਸੱਜਣਾ ਜੇ ਤੂੰ ਝੂਠ ਤੇ ਖੜਾ ਨਾ, ਕਪਟ ਤੇ ਖੜਾ ਨਾ, ਵਕਾਰ ਤੇ ਖੜਾ ਆ, ਮਹਾਰਾਜ ਕਹਿੰਦੇ ਤੈਨੂੰ ਹੋਰ ਦਾ ਤਾਂ ਨਹੀਂ ਮੈਨੂੰ ਪਤਾ ਵੀ ਦੁਨੀਆ ਤੈਨੂੰ ਵੱਖ ਕਰੂਗੀ ਕਿ ਨਹੀਂ ਕਰੂਗੀ, ਤੈਨੂੰ ਕੋਈ ਗੁਰਦੁਆਰੇ ਬਾਹ ਫੜ ਕੇ ਬਾਹਰ ਕੱਢੂ ਕਿ ਨਹੀਂ ਕੱਢੂ। ਕਹਿੰਦੇ ਮੇਰਾ ਪੁੱਤ ਤੇਰੇ ਨਾਲ ਵਾਅਦਾ ਰਿਹਾ, ਮੈਂ ਤੈਨੂੰ ਆਪਣੇ ਘਰੋਂ ਕੋੜੀ ਬਣਾ ਕੇ ਬਾਹਰ ਕੱਢਾਂਗਾ। ਮੈਨੂੰ ਲੋਕਾਂ ਦਾ ਨਹੀਂ ਪਤਾ, ਦੁਨੀਆ ਦਾ ਕੀ ਹੈ। ਇਹ ਤਾਂ ਚੋਰਾਂ ਨੂੰ ਵੀ ਸਾਧ ਕਹਿੰਦੇ ਨੇ। ਇਹ ਦੁਨੀਆ ਦਾ ਕੀ ਹੈ, ਇਹ ਤੇ ਸਾਧਾਂ ਨੂੰ ਵੀ ਚੋਰ ਕਹਿੰਦੇ ਨੇ। ਇਹਨਾਂ ਦੁਨੀਆ ਦਾ ਕੀ ਹੈ, ਚਾਰ ਛਿਲੜਾਂ ਪਿੱਛੇ ਵੋਟਾਂ ਪਾਉਂਦੇ ਨੇ, ਫਿਰ ਬਾਅਦ ਚ ਲੀਡਰ ਪੰਡਦੇ ਨੇ। ਇਹਨਾਂ ਦੁਨੀਆ ਦਾ ਕੀ ਹੈ, ਇਹ ਤਾਂ ਪਾਰਟੀਆਂ ਦੀਆਂ ਪੈਂਟਾਂ ਨੂੰ ਵੀ ਡਿਜ਼ਾਈਨ ਕਹੀ ਜਾਂਦੇ ਨੇ। ਦੁਨੀਆ ਦਾ ਕੀ ਹੈ, ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਕਹਿੰਦੇ ਪਏ ਨੇ ਜੀ ਇਹੀ ਸਾਡਾ ਤਾਂ ਮਨ ਸਾਫ਼ ਆ। ਇਹਨਾਂ ਦੁਨੀਆ ਦੇ ਲੋਕਾਂ ਦਾ ਕੀ ਹੈ ਮਹਾਰਾਜ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰ ਕਰ ਕਹਿੰਦੇ ਮਹਾਰਾਜ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਨਹੀਂ, ਏਦਾਂ ਨਹੀਂ ਹੋ ਸਕਦਾ। ਇੱਕ ਗੱਲ ਤੇ ਖੜ, ਜਿਹੜੀ ਮਰਜ਼ੀ ਤੇ ਖੜ। ਜੇ ਤੂੰ ਗੁਰੂ ਵਾਲਾ ਤੇ ਫਿਰ ਤੈਨੂੰ ਆ ਗੱਲ ਪਤਾ ਹੋਊਗੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਰੱਬ ਕਹਿੰਦਾ ਤੈਨੂੰ ਹੋਰ ਕੋਈ ਕੱਢੇ ਨਾ ਕੱਢੇ ਪੁੱਤਰਾ, ਮੇਰਾ ਤੇਰੇ ਨਾਲ ਵਾਅਦਾ ਰਿਹਾ, ਮੈਂ ਤੈਨੂੰ ਆਪਣੇ ਘਰੋਂ ਬਾਹ ਫੜ ਕੇ ਕੱਢਾਂਗਾ। ਤੇ ਮਹਾਰਾਜ ਨੇ ਬਾਣੀ 'ਚ ਲਿਖਿਆ ਆਸਾ ਕੀ ਵਾਰ ਦੇ ਵਿੱਚ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਪੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਈ ਪੌਦੀ ਹੁਣ ਸੁਣੀਐ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਰੱਬ ਕਹਿੰਦਾ ਪਿਆ, ਰੱਬ ਕਹਿੰਦਾ 10 ਪੁੱਤ ਕਰਕੇ ਕੀ ਆਇਆ। ਸਾਹਿਬ ਜੀ ਇੱਕ ਥਾਂ ਤੇ ਬੜਾ ਪਿਆਰਾ ਬਚਨ ਕਹਿੰਦੇ, ਮਾਰੇ ਕਹਿੰਦੇ ਜਿਨੇ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਮਾਰੇ ਕਹਿੰਦੇ ਕੀ ਲੈਣ ਆਇਆ ਇੱਥੇ ਤੂੰ, ਲੈਣ ਕੀ ਆਇਆ ਆ। ਬੱਚਾ ਸਕੂਲੇ ਪੜ੍ਹਦਾ ਹੋਵੇ, ਕੰਮ ਨਾ ਕੀਤਾ ਹੋਵੇ, ਵਰਦੀ ਨਾ ਪਾਈ ਹੋਵੇ ਸਾਫ ਸੁਥਰੀ, ਤੇ ਅਧਿਆਪਕ ਕਹਿ ਦਿੰਦਾ ਕਹਿੰਦਾ ਪੁੱਤ ਕੀ ਲੈਣਾ ਹੈ। ਜੀ ਮੈਂ ਪੜ੍ਹਨਾ ਆ, ਤੇ ਤੈਨੂੰ ਪਤਾ ਹੋਣਾ ਚਾਹੀਦਾ ਫਿਰ ਪੜ੍ਹਨ ਦੇ ਕੁਝ ਅਸੂਲ ਨੇ। ਸਾਰੀ ਦੁਨੀਆ ਕਿਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰ, ਮਹਾਰਾਜ ਸਾਡੇ ਤੇ ਕਿਰਪਾ ਕਰ, ਸਾਡੇ ਤੇ ਤਰਸ ਕਰ, ਸਾਡੇ ਪਰਿਵਾਰ ਨੂੰ ਨੌਕਰੀਆਂ ਦੇ, ਸਾਡੇ ਬੱਚਿਆਂ ਨੂੰ ਪਰਿਵਾਰ 'ਚ ਸੁੱਖ ਵਰਤਾ। ਠੀਕ ਹੈ, ਮਹਾਰਾਜ ਸੁਣਦੇ ਨੇ। ਮਹਾਰਾਜ ਜੀ ਕਹਿੰਦੇ ਪੁੱਤ ਮੈਂ ਤੇਰੀ ਸੁਣ ਲਈ, ਤੂੰ ਮੇਰੀ ਵੀ ਤੇ ਸੁਣਨਾ ਮਾੜਾ ਜਿਹਾ। ਮੈਂ ਕੀ ਕਹਿਣਾ ਆ, ਮੈਂ ਤੇ ਤੇਰੀ ਸੁਣ ਲਈ ਤੇ ਮੈਂ ਕਰ ਦਾਂਗਾ, ਮੇਰੇ ਕੋਲ ਤਾਕਤ ਹੈ, ਤੂੰ ਵੀ ਤਾਂ ਪੁੱਤ ਮੇਰੀ ਸੁਣਨਾ, ਮੈਂ ਤੈਨੂੰ ਕੀ ਕਹਿਣਾ ਚਾਹੁੰਦਾ ਆ। ਨਹੀਂ ਨਹੀਂ ਮਹਾਰਾਜ ਤੁਸੀਂ ਸਾਡੀ ਸੁਣੋ, ਪਹਿਲਾਂ ਸਾਡਾ ਕੰਮ ਕਰੋ ਫਿਰ ਤੁਹਾਡੀ ਸੁਣਾਂਗੇ। ਤੇ ਬੰਦੇ ਦਾ ਇੱਕ ਸੁਭਾਅ ਆ, ਇਹ ਦੁਖੀ ਹੁੰਦਾ ਤੇ ਰੱਬ ਕੋਲ ਆਉਂਦਾ, ਰੱਬਾ ਸਾਡੇ ਤੇ ਕਿਰਪਾ ਕਰ। ਰੱਬ ਨੇ ਇਹਨੂੰ ਪੈਦਾ ਕੀਤਾ, ਉਹ ਆਪਣਾ ਧੀ ਪੁੱਤ ਸਮਝ ਕਹਿੰਦੇ ਤਰਸ ਕਰਦਾ, ਫਿਰ ਗੁਰਦੁਆਰੇ ਨਹੀਂ ਆਉਂਦਾ, ਕਹਿੰਦਾ ਰੱਬਾ ਤੂੰ ਕੌਣ ਤੇ ਮੈਂ ਕੌਣ। ਇੱਕ ਨਹੀਂ ਮੈਂ ਤੁਹਾਨੂੰ ਸੈਂਕੜੇ ਤੁਹਾਡੇ ਵਿੱਚ ਵਰਤਦੇ ਬੰਦੇ ਵਿਖਾ ਦਿੰਨਾ ਆ, ਕਿਉਂਕਿ ਤੁਸੀਂ ਉਹਨਾਂ ਦੇ ਵਾਕਫ ਹੋ। ਤੁਹਾਨੂੰ ਪਤਾ ਆ ਜਦੋਂ ਕੱਲ ਕੁਛ ਨਹੀਂ ਸੀਗਾ ਤੇ ਇੱਥੇ ਦੇ ਝਾੜੂ, ਦੇ ਜੋੜਾ ਕਰ, ਦੇ ਲੰਗਰ ਹਾਲ 'ਚ ਸੇਵਾ, ਅੱਜ ਰੱਬ ਨੇ ਕਿਤੇ ਮਾੜਾ ਜਿਹਾ ਕੰਮ ਕਾਰ ਚਲਾ ਦਿੱਤਾ। ਉਹ ਨਹੀਂ ਨਹੀਂ ਭਾਈ ਸਾਹਿਬ ਬੜੀ ਮਿਹਨਤ ਕੀਤੀ, ਅਸੀਂ ਬਹੁਤ ਮਿਹਨਤ ਕੀਤੀ, ਦਿਨ ਪਰ ਰਾਤ ਅਸੀਂ ਮਿਹਨਤ ਕੀਤੀ, ਇੱਥੋਂ ਤੱਕ ਆਏ ਆ। ਉਹ ਇਹ ਗੱਲ ਠੀਕ ਹੈ, ਤੁਸੀਂ ਮਿਹਨਤ ਕੀਤੀ, ਤੁਸੀਂ ਇਹ ਕਿਉਂ ਭੁੱਲਦੇ ਪਏ ਹੋ ਕਿ ਉਸ ਮਿਹਨਤ ਨੂੰ ਰੰਗ ਪਿਆਰੇ ਨੇ ਲਾਇਆ ਆ। ਹੁਣ ਉਹਨੂੰ ਰੰਗ ਲਾਉਣ ਵਾਲਾ ਵੱਡਾ ਆ। ਮਿਹਨਤ ਕੋਈ ਬਹੁਤੀ ਵੱਡੀ ਚੀਜ਼ ਨਹੀਂ ਹੈ ਦੁਨੀਆ ਦੇ ਵਿੱਚ। ਜੇ ਤੁਸੀਂ ਆਣ ਨਾ ਵੀ ਆਪਾਂ ਬਹੁਤ ਮਿਹਨਤ ਕਰਦੇ, ਮੈਂ ਆਖਾਂ ਵੀ ਮੈਂ ਬਹੁਤ ਵੱਡੀ ਮਿਹਨਤ ਕਰਦਾ ਪਿਆ ਆ, ਠੀਕ ਹੈ, ਗੁਰਬਾਣੀ ਕੰਠ ਕਰਨੀ, ਇਤਿਹਾਸ ਕੰਠ ਕਰਨਾ, ਇਹ ਘਾਲਣਾ ਦਾ ਕੰਮ ਆ, ਦਿਮਾਗ ਚਾਹੀਦਾ ਆ। ਮਹਾਰਾਜ ਦੀ ਬਖਸ਼ਿਸ਼ ਸਭ ਤੋਂ ਵੱਡੀ ਚੀਜ਼ ਹੈ ਸਾਡੇ ਲਈ। ਤੇ ਦੁਨਿਆਵੀ ਤੁਤ ਮੈਂ ਤੁਹਾਨੂੰ ਲੱਖਾਂ ਵਿਖਾ ਦਿੰਦਾ। ਮਹਾਰਾਜ ਐਡੇ ਐਡੇ ਗੁਣੀ ਗਿਆਨੀ ਬੰਦੇ ਪਏ ਨੇ, ਸਾਡੇ ਜਿੰਨੇ ਫੇਮਸ ਕਥਾਵਾਚਕ ਨੇ, ਇਹ ਜਿਨ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ਕਥਾ ਕਰਦੇ ਨੇ, ਆਪਣੇ ਚ ਉਹਨਾਂ ਦਾ ਕਈਆਂ ਨੂੰ ਕਿਸੇ ਨੂੰ ਨਾਮ ਹੀ ਨਹੀਂ ਪਤਾ ਹੋਣਾ ਵੀ ਕੌਣ ਨੇ। ਆਪਾਂ ਨੂੰ ਕਈਆਂ ਨੂੰ ਨਾਮ ਹੀ ਨਹੀਂ ਪਤਾ। ਡਾਕਟਰ ਤਾਰਨ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਲਿਖੀ ਹੈ, ਬਹੁਤਿਆਂ ਨੂੰ ਪਤਾ ਹੀ ਨਹੀਂ ਡਾਕਟਰ ਤਾਰਨ ਸਿੰਘ ਕੌਣ ਹੈ, ਪਤਾ ਹੀ ਨਹੀਂ ਕਿਸੇ ਨੂੰ। ਹੁਣ ਜੀਵਨੀ ਲਿਖਣ ਵਾਲਾ ਉਹ ਮਤਲਬ ਬਹੁਤ ਸੋਹਣੀ ਉਹਨਾਂ ਨੇ ਕਿਤਾਬ ਲਿਖੀ ਬਾਬਾ ਦੀਪ ਸਿੰਘ ਜੀ ਦੇ ਉੱਪਰ, ਪਰ ਜਿਹੜੇ ਨੇੜੇ ਨੇੜੇ ਉਹਨਾਂ ਦੇ ਰਹਿਣ ਵਾਲੇ 100 200 500 ਬੰਦਾ ਉਹਨਾਂ ਨੂੰ ਪਤਾ ਆ, ਪਰ ਜਿਹੜਾ ਮੇਰੇ ਵਰਗਾ ਬੋਲਣਾ ਉਹਨੂੰ ਦੁਨੀਆ ਜਾਣਦੀ ਹੈ। ਕੱਲੀ ਮਿਹਨਤ ਨਹੀਂ ਵੱਡੀ ਹੁੰਦੀ। ਅਸੀਂ ਮਿਹਨਤ, ਮਹਾਰਾਜ ਨੇ ਸਾਨੂੰ ਪਹਿਲਾਂ ਹੀ ਕਿਹਾ ਸੀ, ਮਹਾਰਾਜ ਕਹਿੰਦਾ ਨਾਮ ਜਪੋ ਕਿਰਤ ਕਰੋ। ਇਹਦਾ ਮਤਲਬ ਕਿਰਤ ਕਰਨ ਦਾ ਸੰਬੰਧ ਮਿਹਨਤ ਨਾਲ ਹੀ ਸੀਗਾ, ਪਰ ਮਹਾਰਾਜ ਨੇ ਪਹਿਲੀ ਤੇ ਲਾਸਟ ਚੀਜ਼ ਆਪਣੇ ਹੱਥ ਰੱਖ ਲਈ।
महाराज कहते जो नाम जपेगा ना, मैं तेन एक अकल दसांगा पुत, मन बस आवे नानका जी पूर्ण कृपा होए। नाम जपदा मन तेरा किदां वस च आउणा तेन मैं दसांगा। ते जो वंड के छकण की गल आनी, महाराज जी कहते उदों भी पुत तेन मैं दसांगा भी वंड के किदां खाना आ। तू किरत कर, नाम जप, पर यह सारी खेड मैं अपने हाथ रखदा, तेरे वस नहीं की। ते गरीब नवाज सच्चे पातशाह कहते ने, कहते ओए आपे सच्चा वख कढ़े जजमाले, सचियार सिख बह सतगुर पास कालन। महाराज जी कहते जेडे सचियार सिख होंदे ने ना, वो सतगुरु कोल बैठ के सेवा कालना करते हैं। मैं थोड़ी जी पंछी झात बाबा दीप सिंह जी के जीवन उपर तुहाडे नाल पाउंदा चलां। बाबा फरीद जी का एक बचन है, बाबा जी कहते कि आप लिए लड़ लाए दर दरवेश से। रब ने खुद उन्होंने अपने लड़ नाल ला लिया ते उन्होंने अपने दरवाजे ते लिया खड़ा किया। उन्होंने दस दिता मेरा घर की है। एक गरीब नवाज पातशाह जी का बचन आउंदा है बाणी दे विच, बिहागड़े राग दे विच। महाराज कहंदे जो लोड़ींदे राम सेवक सही कांडिया। कहंदे जेड़े रब नूं चाहीदे हुंदे ना, रब आपे कढ कुड लैंदा है। जिहड़ियां रूहां रब नूं चाहीदियां ना, उन्हें कढ लैणियां। उन्हें 100 उहदे कोल ढंग तरीके ने इथों अपन पैदा करन दा, उन्हें इस कायनात विच सानूं सुख देण दे एडे जगाड़े लाए ने, एडे ढंग तरीके अपनाए ने, ते इस कायनात विचों कढण दा भी उन्हें अपने हाथ रखिया होया है। महाराज कोल गए, पिता भगता जी लैके गए, मां नाल जूनी है। महाराज नूं पता सी ये पहुविंड पिंड तो आए ने। यारे तेरा नाम की है? छोटे सन, मैं यकीन ना कह सकता 5-7 साल की उम्र होएगी। तुहाडा नाम की है? दीपा। महाराज जी ਕੰਨ ਦੇ ਕੋਲ करके कहते कहते जगया कि नहीं जगया। धन रूहां होंदियां ने, धन रूहां ऐसियां जिन्हां दे अंदर आपे ख्यालात पैदा करदा है। छोटी जी उम्र दोवें हाथ जोड़ के कहते पातशाह जो मापे कर सकते सन उन्होंने कर दिता, जो मैं कर सकता सा मैं कर दिता। मापे नाम रख सकते सन उन्होंने रख दिता। मैं तुहानूं दस सकदा सा भी मेरा नाम दीपा आ। हुण जगना है कि नहीं जगना, ये तो महाराज तुहाडे हथ ही है, ना मेरे मापियां दे हथ ना मेरे हथ है। महाराज बड़े खुश हुए, बड़ा लाड लाया मेरे प्यारे ने। उन्हें अपना कह के नवाजिया। महाराज कहते चल चंगा फिर जे तू कहना कि तुसीं जगा सकते हो। महाराज कहते चल फिर हुण मैं तेनों जगावांगा, दुनिया तेरी लो मानेगी। हुण मैं तेनों जगावांगा। पातशाह आए जगाउण ते, जगाया। ऐसी सिख नूं बिरती दिती। महाराज एक दिन बर्तन साफ कर रहे, कलगीधर पिता जी महाराज पहला बाबा दीप सिंह जी कर रहे, ते पातशाह जी नाल आण के सेवा करन लग पे। वो जिदा बर्तन धो के इदा फड़ाई जाते, उदों रेता नाल साफ करते सन। असीं चज माड़ा कहने जी रेता नाल जेड़े करते ने तो पापी ने, ये तो कर्मकांडी नहीं। महाराज ठीक है, उन्होंने पुरानी विरासत थोड़ी जी सामभ के रख ली। इदा निक्कियां निक्कियां गल्लां करके रब्बी रूहां नूं माड़ा नहीं बोलीदा। अज तो जी कारां गड्डियां दा जमाना जी, घोड़ियां दा जमाना है। असीं नीले दा शाह सवार कहने पातशाह नूं। जे साडे 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 भरावां ने जे कोई साड़ियां पुरानियां चीज़ां सामभ के रखने की कोशिश की है तो उन्होंने निंदना नहीं गा, माड़ा नहीं कहना गा। जे कोई चोला पाउंदा तो यह ना कहो जी अज जमाना मॉडर्न। जे कपड़े पाउण वाली भरावा मॉडर्न पुणा आउंदा आ ते जवाकां नूं फिर 6-7 वर्दियां पवा के भेजिया करिए, किताबां खोल लैंदे आ। जे कल्ले कपड़े पाउण नाल बंदा मॉडर्न हुंदा आ, जे कल्ले मतलब नवे नवे ढंग तरीके जे अपनाउण नाल बंदा, जां टैटू जे छपाउण नाल बंदा मॉडर्न हुंदा है महाराज, जां कंन च नत्तियां जिहां पाउण नाल कोई बंदा मॉडर्न हुंदा आ, ते फिर आपां स्कूलां च कपड़े वंडने ला दिंदे जवाकां नूं। बजाजी दा काम सिखाउणे सारिआं नूं, नाले पाई जाओ नाले वेची जाओ, नाले पाई जाओ नाले वेची जाओ। नहीं, विरासतां विरासतां हुंदियां ने। सिख भावें गुरुद्वारा सोने दा छड्डो हीरिआं दा बना लैण,
मैं सोने का छड्डो जी, हीरियां का बना लैन, सारा बना लैन। गुरु ग्रंथ साहब बिना तो कुछ भी नहीं ना, हो महाराज बिना तो कुछ भी नहीं। मैं जी बेनती करना चाहना, जे कोई साडे पुराने साडी विरासत सामने ने, सानू उन्हां दी सपोर्ट करनी चाहिए भी बहुत सोहना है। ते हैल्प करनी ना करनी वो वखरा विषय, करो या ना करो थोड़ी मर्जी, पर माड़ा नहीं कहना। क्योंकि कदे गुरु गोबिंद सिंह महाराज इन्हां घोड़ियां दे उपर बैठ के एक थां तो दूजी थां ते जांदे सन, कदे यही बाणा पा के मेरा गरीब नवाज सच्चा पातशाह संगतां दे विच ते जंगां जुद्धां दे विच विचरदा सी। तुसीं माड़ा नहीं कह सकदे। ते जे तुहाडे मन च किसी ने एक कीड़ा बिठा दिता बिल्ला चोले पाउण वाले ते पापी ने, तो याद रखा जे ये गल थोड़ी बाबे नानक तक जानी जे, क्योंकि जे आ पापी तो फिर उधर भी जाना पऊगा। मेरी गल नूं समझना मैं की कह रहा। ये किसी दी एक आजादी, अपनी अगले दी आजादी करे ना करे, उन्होंने अपने प्यारे दी दात प्यारी लगदी लगन दो। मैनू तुहानू किसी नूं नहीं केस रखने चंगे लगदे, ते महाराज अकल ते साडी ते पड़दा पिया ना, जिन्हां ने रखे ने वो थोड़ा गलत ने। पर हुण ये जमाना लोग क्रिएट कर रहे हैं भी जिन्हां ने केस दाड़ियां रखे जां दमाले बंदे लै जी तो समाज तो बाहर हो गए। किहड़ा समाज तो बाहर हो गया? साडे किहड़ा 6-6 हत्थ लग गए सी भी उत्ते ही हाँ। हाँ, समाज तो बाहर ते वो लोग ने जिहड़े कुदरत नाल खिलवाड़ करते। मैं बेनती करा, बर्तनां दी सेवा कर रहे सन, महाराज कोल आण के बैठे, कितना समा सेवा करदा निकल गया। जदों समाप्ति हुई देखा कलगीधर पिता जी कोल आण के सेवा कर रहे ने, दोवें हाथ जोड़ के माफी मंगी, महाराज बहुत वड्डा गुनाह हो गया, पातशाह कोल बैठे होण ते मैं अपने ध्याने लगा, मैं अपने ध्याने सेवा करदा पिया। महाराज कहंदे नहीं, सेवा भी तू साडी कर रहा सी, तेरा ध्यान भी साडे विच सी। बस एक गल याद रखनी है, इस ध्यान तो कदे पासे नहीं होना, क्योंकि जिहड़ा सिख इदां दा ध्यान टका लेगा असीं कदे उन तो पासे नहीं हुंदे। बस इदां दा ध्यान वाला सानू सिख चाहिदा है। अज समा बनिया, अहमद शाह अब्दाली ने उनके बंदियां ने असल विच अटैक किया सी जमाल खान ने, क्योंकि पंजाब दा अमृतसर शहर दा मुखी वो सी उस वेले जमाल खान। जहान खान सी जिहड़ा लाहौर दा गवर्नर सी उस वेले, सूबेदार जिन्हों आपां कहंदे सां। ते अहमद शाह अब्दाली दी जिद्दां उन्हां नूं शह सी एक, वो जहान खान नाल भी उन्हां दी एक चंगी सी। जहान खान की गल कोई नहीं मोड़ता, क्योंकि वो जवाई सी, मैनूं याद होवे जे मैं ना भुलदा वां तां। तो वो जमाल खान ने दरबार साहब हरमंदर साहब ते अटैक किया, ढाया, उन्हें सरोवर पूरिया। ये गल किसी प्यारे ने बाबा दीप सिंह जी नूं दसी, जिन्ना का मैं इतिहास नूं फरोलिया आ। 79 साल उन्हां दी उम्र लिखते हैं उस वेले, 79-80 साल उस वेले चल पे महाराज के चरणों में अरदास करके आवाजा दिंदे गए, हुक्मनामे भेज दिते सिखां नूं भी जाओ तुसीं इकट्ठे होवो, आपां दरबार साहब की जो बेअदबी हुई है उत्थे आपां सहयोग प्रबंध करना है। बहुत संगत नाल तुरी, दसदे ने भी 10,000 सिख इकट्ठा होया, इको लीक खिंची, कहंदे जिन्हों जान प्यारी घर प्यारा पिछे हो जाओ, जिन्होंने गुरु प्यारा अगे हो जाओ। बस आ एक राह आ, साडा इको राह आ, गुरु के दुनिया। मैं एक दिन एक गड्डी दे मगर पढ़िया, वो कहंदा बस इको गल आ जिंदगी च, हाँ कि ना। मैं गल ते तेरी ठीक है यार, गल ते तेरी सोहनी, रब भी यही कहंदा आ, इको गल दस हाँ कि ना, यस और नो, बस दूसरी गल नहीं करनी। जे तू मेरा होए रहे सब जग तेरा होए, तू यस कर, मैं सारी दुनिया तेरे पिछे लावांगा। तू मेरे तो बेमुख हो, मैं तावी सारी दुनिया तेरे पिछे लावांगा, ये तेरा सिर खान नूं होएगी। तो देख लो यही कुछ हुंदा पिया है। जदों कोई रब नाल जुड़दा तो दुनिया नमस्कारां करदी नहीं थकदी, जदों कोई ज्यादा ही दुनिया वाल हुंदा है फिर दुनिया के लोग उन्हें तंग करनों नहीं हटदे। महाराज ने समा बनाया, जमाल खान दे नाल युद्ध होया, जहान खान नूं मार दिता, जमाल खान दे नाल जदों युद्ध होया, सांझा वार होया, शीस लथा, प्यारिਆਂ याद कराया। क्योंकि असीं हुण ना सारे डरदे हाँ भी यानी जिद्दां किद्दां कह दईए भी बाबा दीप सिंह जी ने तली ते सिर रख लिया, इदां कोई पॉसीबल थोड़ा आ। चलो मैं एक दलील देना निक्की जी, तुहानूं सारिआं नूं पता है कि
सज्जन ठग बंदे वड्ढदा सीगा, सब नूं इह गल पता है। जे किसी तो लुकी छिपी है तो इतिहास पढ़ लिया जी प्लीज़, भी उन्हें एक पासे मंदिर बनाया सी, एक पासे मस्जिद बनाया सी, विचाले धर्मशाला बनाई सी, ते धर्मशाला इन्हां तिन्नां चीज़ां दे पिछे एक बड़ा वड्डा खूह सीगा जिथे बंदे वड्ढ के, बीबीआं वड्ढ के, बच्चे वड्ढ के सुੱਟਦਾ ਹੁੰਦਾ ਸੀ। हुण तुसीं खुद हिसाब ला लिया जी भी जिहड़ा बंदा अपने हत्थी बंदे वड्ढदा वो किड्डा क निर्मल दिल होऊगा। ठीक है जी। ते गरीब नवाज सच्चे पातशाह सिर्फ इक्को रात उनके कोल रुके ने, सिर्फ इक्को रात। असल में असी खुद उस राह ते गए नहीं तो हुण सानू डरन लग पिया भी जे किते बोल दांगे तो लोग विरोध ना कर देण भी ऐ किदां हो सकदा, ऐ किदां हो सकदा। मैं सिर्फ इन्नी गल कहनी है, मैं तुसीं बैठे हो ना महाराज जी, पानी की बूंद भी बहुत वड्डी हुंदी है, इदू छोटा वजूद है मेरा तुहाडा सारियां दा, एक मिट्टी दे किनके जिन्ना मेरा तुहाडा वजूद है। यह भी नहीं महाराज ने माटी को पुत्रा कहा, किसी गल ते इहनूं महाराज ने कहा है, बस इन्ना क मेरा तुहाडा वजूद जे। एडे एडे 5-5 7-7 फुट दे बैठे हैं, इन्नियां ज्ञान दियां गल्लां करदे हैं, पता नहीं की दे की करी जाने हैं। महाराज ये रब की बनाई हुई कायनात है, इत्थे बड़ियां रहमतां बड़े ढंग तरीके रब वरताउंदा इस कायनात नूं समझाउण लई। ते खास करके गुरु नानक साहब महाराज का घर तो फिर महाराज बहुत वड्डा आ, इनू एवें हल्के पंज ना लिया जी भी गुरुद्वारे जाए गुरुद्वारे जाए, नहीं। कदे भगती करके रब नूं पुछ के वेख्या जी भी सिख होने का मुल की हुंदा आ, आपां तां कदर नहीं करते ना। कदे महाराज नूं पुछ के वेख्या जे रागी होने का मुल की हुंदा आ, कथावाचक होने का मुल की हुंदा। सब तो वड्डी गल गुरु ग्रंथ साहब महाराज की बाणी पढ़ना, ग्रंथी सिंह कहाउण दा हकदार कौन हुंदा आ। ठीक कदर किसी नूं है नहीं है, वखरा टॉपिक है, एक वखरा पैटर्न है। कदे रब नूं पुछ के वेख्या जे, एवें गल्ली बाती नहीं, कल्ले गल्ली बाती नहीं। महाराज वो प्यारा ने वो कला वरताई, अरदास की सी महाराज तेरे चरना च सीस रखना रख दिता। साडे लिए की सिक्ख्या है, क्योंकि संदेश तो उन्होंने सानू देना सी ना, क्योंकि वो तो महाराज जी उदों कह गए 1705 में ही महाराज कह गए सन, महाराज जी साडा देही च रहन नूं जी नहीं करदा। ये ਜਿਹੜੇ हड़ताली गुरु के सिख सन उत्थे बाबा दीप सिंह ने भाई मनी सिंह ने पहले बेनती करती सी, महाराज साडा शरीर च रहन नूं जी नहीं करदा। महाराज ने कहा नहीं असीं तुहाडे तो बहुत वड्डी सेवा लैनी आ ते तुसीं चलो। वो सानू की समझाउणा चाहुंदे सन, उन्होंने सानू 3 गल्लां जो मैं उन्हां दे जीवन विच वेखियां। पहली गल जिहड़ी उन्हां दी जिंदगी च समझदे, उन्होंने इक्को सुनेहा दिता, सोहणिया तू लख कुछ हो जाए तेरा पूरे गुरु बिना नहीं सरना ही। तू लख कुछ हो जाए तेरा गुरु साहब बिना नहीं सरना ही। दूसरी गल तू लख कुछ हो जाए तेरा भगती बिना नहीं सरना ही। तीसरी गल तू लख कुछ हो जाए तेरा समर्पण बिना नहीं सरना ही। अज जिदन तेरे पल्ले 3 गल्लां होईयां, तेरे ते गुरु दे विच भेद कोई नहीं होएगा। ते तुसीं यकीन करके जानना, सिख धर्म दे विच गुरु साहिबान दे साहिबजादियां तो बाद जे किसी सिख नूं एडी वड्डी थां मिली है, 10वें पातशाह जी दे समय दी मैं गल करदा पिया हां, तो वह बाबा दीप सिंह जी नूं है। जे किसी गुरसिख दे नाम उपर सब तो वध गुरुद्वारे ने तो बाबा दीप सिंह जी दे नाम उपर ने। ये रब आप वड्याई करवाउंदा, रब आप अपनी कला वरताउंदा है। वो महाराज दस दिंदे जिहड़ा साडे वर्गा हुंदा वो साडे वाले काम करदा फिर। ते लखां करोड़ां लोग ने जिहड़े भावना रखदे ने, प्रेम करदे ने, उस अकीदत नूं समझदे, उस इबादत नूं समझदे, उस रंग नूं, इश्क मजाजी नूं समझदे ने सारे प्यारे। उन्हां नूं पता इहदा मुੱਲ की पैंदा आ। महाराज जी कृपा करके मैनूं तुहानूं समझाउण भला करन मेरा तुहाडा। महाराज जी कहंदे जिहड़े सच्चेहार सिख हुंदे ने सतगुरु कोल बैठ के कमाई करते हैं, गुरु गुरु जपते हैं, कथा कीर्तन सुनते हैं, महाराज की वड्याइयां करते। महाराज जी कहते कूड़ेयार ना लभनी किता थां पाले। महाराज जी कहते कूड़ेयार जिहड़े बंदे हुंदे वो नहीं लभदे हुंदे, कदे वो ते आए बाहर गए इधर उधर दे गल, और भाई साहब ठीक हो, काम कर ठीक है, होर चली जांदा, सब चली जांदा, बस रोजाना इक्को गल, होर कुछ नहीं, होर कोई नहीं, बहुते लम्मे चौड़े ज्ञान ते नहीं, बस इक्को गल। पातशाह जी फिर समझाते कहते जिन्ना सतगुर का आख्या सुखावे नाही, तिना मोह भलेरे फिरै दह गाले।
आ जिहड़ी गल आपां कही सी कि सतगुर की सेवा निर्मली, निर्मल जन होए सो सेवा कर ले। आ हुंदा निर्मल जन जिहड़ा गुरु साहब दा वचन कमाउंदा आ। महाराज ने ये दस्या भी सेवा करने वाला किदां दा चाहीदा आ। महाराज कोल गुरु अंगद देव पातशाह जी आए, पुछया महाराज जी की सेवा करा। महाराज जी कहंदे जपजी साहब दा पाठ कंठ करो, दूजी गल ही कोई नहीं करनी। गुरु अमरदास महाराज जी ने भी यही बचन किया, कहंदे जपजी साहब दा पाठ कंठ करो, क्योंकि जो तुसी सेवा करनी तो नाल बाणी पढ़नी है। क्योंकि जो तुसी सेवा करोगे, बाणी पढ़ोगे, ये तुहाडी इबादत बनेगी, भगती बनेगी, ये तुहानू अंदर जुड़े रहन दा वल सिखाएगी। तो नहीं जे तुसी इधर उधर दी गल्लां करदे रहोगे, महाराज ने कहा तुसी खिंडर जाओगे, तुसी अहुदेदारियां दे भुखे हो जाओगे। देखो सेवा पिरथी चंद भी करता सी, गल नूं समझना, सेवा पिरथी चंद भी कर रहा, गुरु अर्जन साहब महाराज भी कर रहे हैं, बस फर्क एक है, वो किसे लिए कर रहे हो, सतगुरु लिए कर रहे हैं, बस फर्क आ रहा है। ये पर हुंदा कदों भी सतगुरु वाल कदों वेख्या जांदा, जदों किसी नूं सतगुरु दा क्या होया चंगा लगदा। जो जो महाराज ने कहता, सहज भाई कहता पुता करना ते करना, बस गल खत्म हो गई। अजे साडा तां लिया ही नहीं मसला हल होया, केस रखने कि नहीं रखने, साडा तां आही मसला हल नहीं होया, सिखां दा, पंजाबियां दा, साडा सरदारां दा, साडा तां आही मसला नहीं हल होया भी अमृत छकण दी लोड़ है कि नहीं। होर गल्लां तां बहुत दूर दियां रह गईयां, बंदगी करनी, नाम जपना, सुरतां जोड़नियां, दसम दवार, ये तां गल्लां महाराज गुरुद्वारे तो बाहर दियां रह गईयां हुण। मसला तां इत्थे उलझिया पिया, मीट खाना कि नहीं खाना। असीं तां बच्चियां वालियां गल्लां च फसे हैं, बच्चे भी सियाणियां गल्लां करदे ने, सोहणियां गल्लां करदे ने, असीं ते कमलियां मारदे हैं। महाराज मेरा तुहाडा भला करन। महाराज कहंदे जिन्हां नूं सतगुरु दा आख्या चंगा नहीं ना लगदा, रब उन्हां नूं इधर उधर फसा दिंदा है। पुछो कि अपने सज्जन नूं, फिर तू गुरुद्वारे नहीं आउंदा, बेईमान होवे, बेईमानी करदा होवे, उन्होंने पुछे वीरे तू गुरुद्वारे नहीं, ओ यार टाइम नहीं लगदा, रात पार्टी ते गए सीगे, और सवेरे किसी दे मरग हो गई, उधर जाना पै गया, समय नहीं निकलदा, समा नहीं निकलदा। महाराज मैं तैनूं इत्थे विखाउणा आ, उधर जंग दा मैदान हुंदा, इधर आसा की वार हुंदी है। इधर जान जांदी, उधर गुरु रामदास महाराज साहब हुंदे ने, समा नहीं निकलदा। वो जपाउण ते आ जावे ते शमशान घाट दे विच सोहला साहब दा पाठ करवाई जांदा हुंदा आ। ये उहदी कला है, एक ये हुंदा एक खेड है प्यारी जी। पर महाराज मेरा तुहाडा भला करन, महाराज जी कहंदे जिन्हां नूं आखे ही नहीं चंगा लगदा, रब इधर उधर उलझा दिंदा, कहंदा तुरे फिरो जाओ। ते लोकां नाल होया आही जे, ज्यादातर एडा वड्डा हाल है, संगत इन्नी हुंदी, किधर गए, इधर उधर फेरते, कहंदा जाओ तुरे फिरो। ये रब दी एक खेड है, प्यारा इदां ही करदा आ। तुसी 4 दिन जेडे नितनेम करदे हो छड्ड के देख लो, रब इदां इधर लिहाज पवा दू, उधर काम कढ़ा दू, उधर काम कढ़ा दू, इदां ही करदा हो। जे तुसी बाणी पढ़दे हो, रब प्रीत नाही हर केरी, सिक्के चिरक वराईन मनमुख बेताले। ये बचन आप कल नूं साझा करांगे, समय की उलंघना नहीं करनी। महाराज बड़ा करन, सबना दा धन्नवाद। जी आयां नूं गरीब नवाज पातशाह जी का शुक्र, आप ही सिर उपर मेरे पर हाथ रखते सेवा लेंदे। वाहिगुरू कृपा करे। असी बाबा दीप सिंह जी के जीवन तो ही सीखना आ 3 गल्लां। सिखा तेरा सतगुरु बिना सरना नहींगा, तू जो कुछ मर्जी हो जावे, तेरा भगती तो बिना भी कोई नहीं सरना। याद रखी, तू जो कुछ मर्जी हो जावे, तेरा समर्पण तो बिना भी कुछ नहीं सरना। फर्ज पड़ा कर, भुल्लां चुकां दी खिमा जी। वाहिगुरू जी का खालसा, वाहिगुरू जी की फतेह। वाहिगुरू जी की फतेह। ईसन ज्ञानी दलजीत सिंह जी श्री मुक्तसर वाले, जिन्हां पासों आप गुर इतिहास गुरमति विचारा श्रवण कर रहे थे। सतगुरु जी कृपा करन, इस तरीके इन्हों पंथ कौम देश की सेवा करने लई चढ़ती कला का जीवन बख्शण। आओ श्री आनंद साहब जी बाणी के नाल जुड़ना करिए।